ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੀਆਂ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਨਵਜੋਤ ਸਿੰਘ ਸਿੱਧੂ ਦਾ ਸਿਆਸੀ ਧਮਾਕਾ, ਕਾਂਗਰਸ ਮੈਨੀਫੈਸਟੋ ਤੋਂ ਪਹਿਲਾਂ ਲਾਂਚ ਕੀਤਾ ਪੰਜਾਬ ਮਾਡਲ। ਜ਼ਮਾਨਤ ਤੋਂ ਬਾਅਦ ਬਿਕਰਮ ਮਜੀਠੀਆ ਦੀ ਪ੍ਰੈਸ ਕਾਨਫਰੰਸ, ਅਕਾਲੀ ਨੇਤਾ ਬੋਲੇ ਮੈਂ ਕਦੇ ਨਹੀਂ ਭੱਜਿਆ ਸੀ। ਤੇ ਨਸ਼ੇ ਦੇ ਮੁੱਦੇ ਤੇ ਬੋਲੇ ਭਗਵੰਤ ਮਾਨ, ਕਿਹਾ ਆਪ ਦੀ ਸਰਕਾਰ ਆਉਣ ਤੇ ਨਸ਼ੇ ਖਿਲਾਫ ਦੱਬ ਕੇ ਕਾਰਵਾਈ ਕਰਾਂਗੇ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਨੇ, ਜਿਨ੍ਹਾਂ ਨੇ ਸਿਆਸੀ ਧਮਾਕਾ ਕਰ ਦਿੱਤਾ ਹੈ। ਅਜਿਹਾ ਸਿਆਸੀ ਧਮਾਕਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤਾ, ਜਿਸ ਦੇ ਨਾਲ ਕਾਂਗਰਸ ਵੀ ਹੈਰਾਨ ਰਹਿ ਗਈ। ਦਰਅਸਲ ਹਾਲੇ ਤੱਕ ਪੰਜਾਬ ਕਾਂਗਰਸ ਦਾ ਮੈਨੀਫੈਸਟੋ ਤੱਕ ਜਾਰੀ ਨਹੀਂ ਹੋਇਆ ਸੀ, ਪਰ ਉਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਆਪਣਾ ਪੰਜਾਬ ਮਾਡਲ ਜਾਰੀ ਕਰ ਦਿੱਤਾ। ਅੱਜ ਮਾਫੀਆ ਮਾਡਲ ਚੱਲ ਰਿਹਾ ਸਟੇਟ ਦੇ ਵਿੱਚ। ਟੁਡੇ ਦੀ ਮਾਡਲ which is operative in the state is the mafia model run by those who propagate it and are hand in gloves. ਪੰਜਾਬ ਮਾਡਲ ਆਮ ਲੋਕਾਂ ਦਾ ਮਾਡਲ, ਕਾਂਗਰਸ ਦਾ ਮਾਡਲ, ਕਾਂਗਰਸ ਦੇ ਵਰਕਰ ਦਾ ਮਾਡਲ will create number one a liquor corporation, the Punjab State Liquor Corporation. Number two, Sand Mining Corporation, the Punjab State Sand Mining Corporation. These are state resources. Number three, we will have a regulatory commission, Punjab State Cable Regulatory Commission. Transport Corporation to be promoted. Policies changed. For additional sources of income. Regulation of total outdoor advertisement. ਜਿਹੜੀ ਲਿਕਰ ਕਾਰਪੋਰੇਸ਼ਨ ਹੈ, ਮੈਂ ਪਹਿਲੀ ਤੇ ਆਉਣਾ, ਜਿਹੜੇ ਸਟੇਟਾਂ ਨੇ ਵੈਟ ਲਾਈ ਹੈ, ਔਰ ਕਿਉਂਕਿ ਲਿਕਰ ਇਜ਼ ਆਊਟਸਾਈਡ ਦ GST ਐਂਬਿਟ, ਜਿਹੜੇ ਸਟੇਟਾਂ ਨੇ ਵੈਟ ਲਾਈ ਹੈ ਉਹ ਡਬਲ ਟ੍ਰਿਪਲ ਉਸ ਤੋਂ ਵੀ ਜ਼ਿਆਦਾ ਪੈਸੇ ਕਮਾ ਰਹੇ। A shining example is Tamil Nadu, which is earning around 37,000 crores. पंजाब नालों आधी खपत है, आधी खपत है पंजाब से उसकी। Excise leakages to be stopped. ਘੱਟ ਤੋਂ ਘੱਟ 4 ਤੋਂ 5,000 ਕਰੋੜ ਰੁਪਏ ਦੀ ਤਾਂ ਐਕਸਾਈਜ਼ ਦੀ ਚੋਰੀ ਹੈ। ਸ਼ਰਾਬ 200 ਰੁਪਏ ਦੀ 2-2 ਹਜ਼ਾਰ ਨੂੰ ਵਿਕਦੀ ਹੈ, ਲੇਬਲ ਲਾਏ ਜਾਂਦੇ ਆ, ਸਮਗਲਿੰਗ ਹੁੰਦੀ ਹੈ। ਘਰ ਦੀਆਂ ਡਿਸਟਿਲਰੀਆਂ ਨੇ ਅਡਲਟਰੇਟਡ ਸ਼ਰਾਬ ਵੇਚੀ ਜਾਂਦੀ ਹੈ, ਇਲੀਗਲੀ ਵਿਕਦੀ ਹੈ ਔਰ ਸ਼ਰੇਆਮ ਵਿਕਦੀ ਹੈ, ਮਾਫੀਆ ਦੇ ਨੈਕਸਸ ਨਾਲ ਵਿਕਦੀ ਹੈ। Minimum expected income out of the liquor business in Punjab is 25,000 crores. 50,000 jobs. Current income 4,000 crore भी नहीं। ये मिनिमम 6 गुना उत्ते जा सकती है, मिनिमम। ਇਹਦਾ ਜਿਉਂਦਾ ਜਾਗਦਾ ਐਗਜ਼ਾਮਪਲ ਵੈਟ ਲਾ ਕੇ ਸਟੇਟ ਦੀਆਂ ਡਿਸਟਿਲਰੀਆਂ ਬਣਾ ਕੇ ਉਹਦ ਠੇਕੇਦਾਰਾਂ ਨੂੰ ਵੇਚੀ ਗਈ ਹੈ। Step 1, excise leakages to be stopped, liquor adulteration, illegal selling stopped.
VAT will be introduced. That is why it is kept out of the GST ambit, because it is very important for the state's income, but not being taxed properly. Step 2, corporation of production, government-run distilleries. Step 3, government to open ठेका, सरकारी ठेके होंगे जी, where youth will be given rozgar. So this is the first one. The second one is sand mining. ਤੁਸੀਂ ਦੇਖਿਆ ਕੋਲੇ ਦੀ ਮਾਈਨਿੰਗ ਹੁੰਦੀ ਹੈ, आपने देखा होगा मिनरल्स की माइनिंग होती है, डायमंड माइनिंग होती है, हर तरह की माइनिंग होती है. This is a very, very important source for us because we have 1300 kilometers of riverbed which no other state has. States like Telangana from one river are earning 50 crores a week. We have a supply of 170 years. वो सप्लाई जानबूझ के काटी जाती है और एंड यूजर के लिए जहां 1000 से 1500 रुपए ट्रॉली मिलनी चाहिए, वहां 5-5 हजार, 4-4 हजार और 20-20 हजार तक भी ट्रॉली गई है. सैंड माइनिंग हैज बीन रैम्पेंट. उधर जमानत मिलने तो बाद पहली बार बिक्रम मजीठिया मीडिया ਦੇ रूबरू ਹੋਏ. ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ. ਇਸ ਦੌਰਾਨ ਉਹਨਾਂ ਨੇ ਨਾ ਸਿਰਫ ਸਵਾਲਾਂ ਦੇ ਜਵਾਬ ਦਿੱਤੇ ਬਲਕਿ ਪੰਜਾਬ ਸਰਕਾਰ ਤੇ ਕਈ ਤਰ੍ਹਾਂ ਦੇ ਆਰੋਪ ਵੀ ਲਗਾਏ. ਇਸ ਦੌਰਾਨ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਤੇ ਵੀ ਚੁਟਕੀ ਲਈ. ਔਰ ਸੱਚਾਈ ਦੀ ਜਿੱਤ ਹਮੇਸ਼ਾ ਹੀ ਹੁੰਦੀ ਆਈ ਹੈ. ਠੀਕ ਹੈ, ਸਰਕਾਰਾਂ ਦੇ ਖਿਲਾਫ ਲੜਨਾ ਕੋਈ ਸੌਖਾ ਕੰਮ ਨਹੀਂ ਹੁੰਦਾ. ਜਦੋਂ ਮੈਲੀਫਾਈਡ ਇੰਟੈਂਸ਼ਨਸ ਹੋਣ, ਜਦੋਂ ਹਰ ਤਰੀਕੇ ਦਾ ਦਬਾਅ ਹੋਵੇ, ਜਦੋਂ ਮੁੱਖ ਮੰਤਰੀ ਆਪ, ਤੁਸੀਂ ਹੈਰਾਨ ਹੋਵੋਗੇ, ਸ਼ਾਇਦ ਤੁਹਾਨੂੰ ਬੈਕਗ੍ਰਾਉਂਡ ਦਾ ਪਤਾ ਨਹੀਂ ਕਿ ਮੇਰੀ ਇਨਵੈਸਟੀਗੇਸ਼ਨ ਕਿਸੇ ਅਫਸਰ ਨੇ ਤਾਂ ਚਲੋ ਕਈਆਂ ਨੇ ਰਿਕਿਊਜ਼ ਕਰਤਾ, ਛੱਡਤਾ ਕਿ ਇਹ ਗਲਤ ਕੰਮ ਹੈ. ਹਰ ਮੀਟਿੰਗ 'ਚ ਚੀਫ ਮਿਨਿਸਟਰ ਸਾਹਿਬ ਆਪ, ਚੰਨੀ ਸਾਹਿਬ, ਇਹ ਆਪਣਾ ਸੁਖੀ ਰੰਧਾਵਾ, ਇੱਕ ਉਹ ਨਿੱਕੂ ਐਮਐਲਏ ਲਿਟਲ ਬੋਣਾ ਸਾਡਾ, ਉਹ ਬਾਕੀ ਜਿਹੜੇ ਸੀ, ਇਹਨਾਂ ਨੇ ਹਰ ਤਰੀਕੇ ਦੀ ਛੜਯੰਤਰ ਰਚਿਆ ਔਰ ਪੂਰਾ ਚਲੋ ਠੋਕੋ ਤਾਲੀ ਦੀ ਤਾਂ ਕੱਲ ਦੇ ਫਿਊਜ਼ ਉੱਡੇ ਪਏ ਆ, ਮੈਂ ਵੇਖ ਰਿਹਾ ਸੀ. ਉਹਨੂੰ ਜਾ ਕੇ ਮਾੜਾ ਮੋਟਾ ਤਾਂ ਕੋਈ ਮਨਾਉਣ ਦਾ ਬਰਾੜ ਸਾਹਿਬ ਕੰਮ ਕਰਿਓ. ਥੋੜੀ ਸਪੈਸ਼ਲ ਡਿਊਟੀ ਲਾਉਂਦੀ ਆ ਪ੍ਰੈਸ, ਉਹਦੇ ਤਾਂ ਉਹ ਫੁੱਲਾਂ 'ਚੋਂ ਹੀ ਮੈਨੂੰ ਲੱਗਦਾ ਖੁਸ਼ਬੂ ਨਹੀਂ ਆ ਰਹੀ ਸੀ. ਅੱਜ ਕੱਲ੍ਹ ਫੁੱਲਾਂ ਵਾਲੇ ਚੌਲ ਬਹੁਤ ਪਾਉਂਦਾ, ਉਹਨੂੰ ਉਹ 'ਚੋਂ ਖੁਸ਼ਬੂ ਨਹੀਂ ਆ ਰਹੀ ਸੀ. ਚਲੋ ਰੱਬ ਉਹਨੂੰ ਵੀ ਸਮੱਤ ਬਖਸ਼ੇ, ਮੈਂ ਕੀ ਕਹਿਣਾ ਜੀ ਉਹਦਾ. ਇਸ ਲਈ ਇਹ ਸਾਰਿਆਂ ਦੀ, ਜਿੰਨਾ ਤੁਹਾਡੇ ਸਾਰਿਆਂ ਦੀ ਮਿਹਰਬਾਨੀ ਹੋਈ ਆ ਜੀ, ਮੈਂ ਤੁਹਾਡਾ ਸਭ ਦਾ ਸ਼ੁਕਰਗੁਜ਼ਾਰ ਹਾਂ. ਹੱਕ ਸੱਚ ਦੀ ਲੜਾਈ ਹਮੇਸ਼ਾ ਲੜਦੇ ਆਏ ਆ, ਲੜਦੇ ਰਵਾਂਗੇ. ਐਂਡ ਆਈ ਆਲਵੇਜ਼ ਬਿਲੀਵ, ਜਿਵੇਂ ਕੱਲ ਵੀ ਭਾਵੇਂ ਉਹ ਹਰ ਤਰੀਕੇ ਦਾ ਤੁਸੀਂ, ਔਰ ਇੱਥੇ ਤੁਸੀਂ ਆਪ ਹੀ ਜਾਣ ਰਹੇ ਹੋ, that look at the level of PIL. ਜਿਵੇਂ PIL ਜਦ ਚੱਲ ਰਹੀ ਸੀ, ਬਹੁਤ ਵੱਡੇ ਵੱਡੇ ਆਲਾ ਵਕੀਲ ਦਿੱਲੀੋਂ ਸਰਕਾਰ ਜਹਾਜ਼ ਤੇ ਲੈ ਕੇ ਆਉਂਦੀ ਸੀ, ਔਰ ਉਹ ਜਦੋਂ PIL 'ਚ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਤੇ ਉਹਨਾਂ ਨੇ ਕਿਹਾ PIL ਜਾਵੇ ਪਹਾੜ 'ਚ, ਹੁਣ ਸਿੱਧੀ ਹੋ ਲਓ. ਆਪਾਂ ਇਹ ਵੇਖਿਆ ਹੀ ਹੈ, ਬਿਕੋਜ਼ PIL ਦਾ ਇੰਨੇ ਚਿਰ ਦਾ ਰੌਲਾ ਪਾਉਂਦੇ PIL ਦੇ ਤਾਂ ਪਾਸ ਹੀ ਨਹੀਂ ਗਏ. ਫਿਰ ਆਪਦੇ ਹੱਥ 'ਚ ਹੀ ਸਾਰਾ ਕਮਾਨ ਲੈ ਲਿਆ ਤੇ ਸਾਰਾ ਕੰਮ ਕਰਨ ਦੀ ਕੋਸ਼ਿਸ਼ ਕੀਤੀ. ਮਗਰ ਫਿਰ ਵੀ ਆਨਰੇਬਲ ਜੱਜ ਸਾਹਿਬ ਨੇ ਸਾਰੇ ਗੱਲਾਂ ਨੂੰ ਸੁਣਦਿਆਂ ਹੋਇਆਂ, ਤੱਥਾਂ ਨੂੰ ਵਿਚਾਰਦਿਆਂ ਹੋਇਆਂ, ਮੈਂ ਫੇਰ ਸਮਝਦਾ ਕਿ ਹੱਕ ਸੱਚ ਦੀ ਜਿੱਤ ਹੋਈ ਹੈ ਔਰ ਗਾਂ ਵੀ ਹੁੰਦੀ ਰਹੂਗੀ, ਮੇਰਾ ਇਹ ਪੂਰਾ ਵਿਸ਼ਵਾਸ ਹੈ. उधर भगवंत मान ने भी प्रेस कॉन्फ्रेंस की. इस दौरान उन्होंने ਵੱਖ-ਵੱਖ ਮੁੱਦਿਆਂ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਤੇ ਸਭ ਤੋਂ ਜ਼ਿਆਦਾ ਅਹਿਮ ਮੁੱਦਾ ਰਿਹਾ ਨਸ਼ੇ ਦਾ. ਨਸ਼ੇ ਦੇ ਮੁੱਦੇ ਤੇ ਉਹਨਾਂ ਨੇ ਬੋਲਦੇ ਹੋਏ ਕਿਹਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਨਸ਼ੇ ਦੇ ਖਿਲਾਫ ਦਬ ਕੇ ਕਾਰਵਾਈ ਕਰਨਗੇ. ਜ਼ਮਾਨਤ ਮਿਲ ਗਈ, ਕੇਸ ਕਮਜ਼ੋਰ, ਇਹ ਸਾਰੀ ਕਹਾਣੀ ਤੁਸੀਂ ਪਹਿਲੇ ਦੱਸੀ ਸੀ.
ਪਰ ਤੁਸੀਂ ਇਸ ਮੁੱਦੇ ਤੇ ਖੁੱਲ ਕੇ ਜਿੱਦਾਂ ਗਰੰਟੀਆਂ ਦੇ ਰਹੇ ਹੋ ਨਾ, ਡਰੱਗਸ ਦੇ ਮੁੱਦੇ ਤੇ, ਨਸ਼ਾ ਮੁਕਤੀ ਦੇ ਮੁੱਦੇ ਤੇ, ਇਸ ਮੁੱਦੇ ਤੇ ਖੁੱਲ ਕੇ ਨਹੀਂ ਬੋਲ ਰਹੇ। ਔਰ ਤੁਸੀਂ ਫਿਰ ਵਿਰੋਧੀ ਇਹ ਕਹਿੰਦੇ ਨੇ ਕਿ ਤੁਸੀਂ ਪਿਛਲੀ ਵਾਰ ਮਾਫੀ ਮੰਗ ਲਈ ਸੀ, ਇਸ ਕਰਕੇ ਬਚ ਕੇ ਥੋੜਾ ਬੋਲਦੇ ਹੋ। ਦੇਖੋ ਜੀ, ਜੇ ਅਸੀਂ ਸੱਤਾ 'ਚ ਰਹਿ ਕੇ ਸਾਡੇ ਕੋਲ ਪਾਵਰ ਆ ਜਾਂਦੀ ਤੇ ਫਿਰ ਅਸੀਂ ਵੱਡੀਆਂ ਮੱਛੀਆਂ ਨੂੰ ਨਾ ਫੜਦੇ ਤਾਂ ਅਸੀਂ ਗੁਨਾਹਗਾਰ ਸੀ। ਗੁਟਕਾ ਸਾਹਿਬ ਦੀ ਸਹੁੰ ਖਾਧੀ ਕੈਪਟਨ ਅਮਰਿੰਦਰ ਸਿੰਘ ਨੇ 4 ਹਫ਼ਤਿਆਂ 'ਚ ਵੱਡੀਆਂ ਮੱਛੀਆਂ ਫੜ ਲਈਆਂ ਤੇ 4.5 ਸਾਲ 'ਚ ਕੁਝ ਨਹੀਂ ਕਰ ਸਕੇ। ਮੈਂ ਤਾਂ ਕਹਿੰਦਾ ਸਭ ਤੋਂ ਵੱਡੇ ਗੁਨਾਹਗਾਰ ਤਾਂ ਕੈਪਟਨ ਸਾਹਿਬ ਨੇ। ਸਾਡੀ ਸੱਤਾ ਆਉਂਦੀ ਹੈ ਤਾਂ ਇਸ ਕੇਸ ਨੂੰ ਅਸੀਂ ਭਾਵੇਂ ਕੋਈ ਮੰਤਰੀ ਹੋਵੇ ਭਾਵੇਂ ਸੰਤਰੀ ਹੋਵੇ ਬਿਨਾਂ ਕਿਸੇ ਪੱਖਪਾਤ ਤੋਂ ਇਸ ਕੇਸ ਨੂੰ ਲੜਾਂਗੇ ਤੇ ਜਿਹੜਾ ਵੀ ਦੋਸ਼ੀ ਹੋਊਗਾ ਉਹਨੂੰ ਜੇਲ੍ਹ 'ਚ ਜਾਊਗਾ। ਇਹਨੂੰ ਖੁੱਲ ਕੇ ਤੁਸੀਂ ਮਤਲਬ ਦੱਬ ਕੇ ਨਹੀਂ ਬੋਲਦੇ, ਤਾਂ ਗਰੰਟੀਆਂ ਤੇ ਦੱਬ ਕੇ ਬੋਲਦੇ ਆ, ਇਸ ਮੁੱਦੇ ਤੇ ਦੱਬ ਕੇ ਹੀ ਬੋਲ ਰਹੇ ਹਾਂ ਜੀ। ਮੈਂ ਇਹ ਸਾਡੀ ਜਦੋਂ ਸਰਕਾਰ ਆ ਗਈ ਤਾਂ ਅਸੀਂ ਮੰਤਰੀ ਸੰਤਰੀ ਜਾਂ ਕੋਈ ਬਿਨਾਂ ਕਿਸੇ ਪੱਖਪਾਤ ਤੋਂ ਅਸੀਂ ਇਹਨਾਂ ਦੇ ਨਾਲ ਹੀ ਨਿਆਂ ਕਰਾਂਗੇ। ਉਹਦੇ ਚੰਡੀਗੜ੍ਹ ਦੇ ਖੁੱਡਾ ਲਾਹੌਰ ਦੇ ਕੋਲੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਦੇ ਨਾਲ ਸਨਸਨੀ ਫੈਲ ਗਈ। ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਉਧਰ ਪੁਲਿਸ ਵੱਲੋਂ ਲਾਸ਼ ਦੀ ਸ਼ਨਾਖਤ ਕੀਤੀ ਜਾ ਰਹੀ ਹੈ, ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਲਦ ਦੱਸ ਦਿੱਤਾ ਜਾਵੇਗਾ ਕਿ ਕਿੰਨਾ ਕਾਰਨਾਂ ਦੇ ਨਾਲ ਇਹ ਮੌਤ ਹੋਈ ਹੈ। उधर ऑटो ਦੇ ਵਿੱਚ ਇੱਕ ਮਹਿਲਾ ਦੇ ਨਾਲ ਰੇਪ ਤੋਂ ਬਾਅਦ ਇਹ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਤੇ ਵਿਸ਼ਵਾਸ ਆਟੋ ਚਾਲਕਾਂ ਦੇ ਉੱਪਰੋਂ ਬਿਲਕੁਲ ਹੀ ਉੱਠਦਾ ਜਾ ਰਿਹਾ ਹੈ। ਖਾਸ ਤੌਰ ਤੇ ਜੇਕਰ ਗੱਲ ਮਹਿਲਾਵਾਂ ਦੀ ਕੀਤੀ ਜਾਵੇ ਤਾਂ ਉਹ ਕਤਰਾ ਰਹੀਆਂ ਨੇ ਆਟੋ ਦੇ ਵਿੱਚ ਬੈਠਣ ਤੇ। ਤਾਂ ਇਸ ਤੋਂ ਬਾਅਦ ਹੁਣ ਤੁਹਾਨੂੰ ਦੱਸ ਦਈਏ ਕਿ ਇੱਕ ਆਟੋ ਚਾਲਕ ਵੱਲੋਂ ਖਾਸ ਪੱਤਰ ਹੈਗਾ ਜਿਹੜਾ ਉਹ ਲਿਖਿਆ ਗਿਆ, ਜਿਸ ਦੇ ਵਿੱਚ ਇੱਕ ਖਾਸ ਅਪੀਲ ਵੀ ਕੀਤੀ ਗਈ ਹੈ। ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਦਿੱਲੀ ਤੋਂ ਆਈ ਮਹਿਲਾ ਦੇ ਨਾਲ ਆਟੋ 'ਚ ਰੇਪ ਕਰਨ ਦਾ ਮਾਮਲੇ ਤੋਂ ਬਾਅਦ ਹੁਣ ਕਿਤੇ ਨਾ ਕਿਤੇ ਆਟੋ ਚਾਲਕਾਂ ਤੋਂ ਲੋਕਾਂ ਦਾ ਭਰੋਸਾ ਉੱਠਦਾ ਹੋਇਆ ਨਜ਼ਰ ਆ ਰਿਹਾ ਹੈ। ਅਜਿਹੇ ਵਿੱਚ ਲੋਕ ਆਟੋ ਵਿੱਚ ਸਫ਼ਰ ਕਰਨਾ ਖਤਰੇ ਤੋਂ ਖਾਲੀ ਨਹੀਂ ਸਮਝ ਰਹੇ, ਜਿਸ ਕਾਰਨ ਆਟੋ ਵਿੱਚ ਸਫ਼ਰ ਕਰਨ ਵਾਲੇ ਕਤਰਾ ਵੀ ਰਹੇ ਨੇ, ਖਾਸ ਤੌਰ ਤੇ ਮਹਿਲਾਵਾਂ ਤੇ ਲੜਕੀਆਂ। ਪਰ ਕਿਸੇ ਇੱਕ ਦੀ ਸਜ਼ਾ ਸਾਰਿਆਂ ਨੂੰ ਕਿਉਂ ਤੇ ਕਿਸੇ ਇੱਕ ਦੇ ਗੁਨਾਹ ਦੀ ਸਜ਼ਾ ਸਾਰਿਆਂ ਨੂੰ ਕਿਉਂ? ਉੱਥੇ ਇਸ ਨੂੰ ਲੈ ਕੇ ਟਰਾਈ ਸਿਟੀ ਆਟੋ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਨੇ ਇੱਕ ਮੁੱਦਾ ਛੇੜਿਆ। ਆਟੋ ਚਾਲਕ ਅਨਿਲ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਚੰਡੀਗੜ੍ਹ ਪੁਲਿਸ ਇੱਥੇ ਤੱਕ ਕਿ ਗਵਰਨਰ ਸਾਹਿਬ ਨੂੰ ਇੱਕ ਪੱਤਰ ਲਿਖਿਆ, ਜਿਸ ਦੇ ਵਿੱਚ ਸਾਫ਼ ਤੌਰ ਤੇ ਆਟੋ ਤੇ ਇੱਕ ਸਟicker ਲਗਾਉਣ ਦੀ ਗੱਲ ਕਹੀ ਗਈ ਹੈ। ਉਹਨਾਂ ਸਟickਰਾਂ ਦੇ ਉੱਪਰ ਆਟੋ ਚਾਲਕ ਦਾ ਪੂਰਾ ਵੇਰਵਾ ਹੋਵੇਗਾ ਤੇ ਜਿਸ ਦੇ ਨਾਲ ਕਿਸੇ ਵੀ ਆਟੋ ਚਾਲਕ ਤੇ ਉਸ ਆਟੋ ਦੇ ਬਾਰੇ ਵਿੱਚ ਪਤਾ ਲਗਾਉਣਾ ਆਸਾਨ ਹੋਵੇਗਾ ਤੇ ਜੋ ਵੀ ਉਸ ਆਟੋ ਦੇ ਵਿੱਚ ਸਫ਼ਰ ਕਰਦਾ ਹੈ ਉਸ ਫੋਟੋ ਤੇ ਲਿਖੇ ਹੋਏ ਨੰਬਰ ਤੇ ਉਸ ਦੀ ਜਾਣਕਾਰੀ ਪੜ੍ਹ ਲਵੇ ਅਤੇ ਜੇਕਰ ਕਿਸੇ ਆਟੋ ਤੇ ਅਜਿਹਾ ਕੁਝ ਨਹੀਂ ਹੈ ਤਾਂ ਉਹ ਕਿਸੇ ਵੀ ਯੂਨੀਅਨ ਦੇ ਨਾਲ ਨਹੀਂ ਹੈ ਤੇ ਨਾ ਹੀ ਉਸ ਦਾ ਕੋਈ ਪੂਰਾ ਵੇਰਵਾ ਕਿਸੇ ਦੇ ਕੋਲ ਹੋਵੇਗਾ। ਉੱਥੇ ਹੀ ਅਨਿਲ ਕੁਮਾਰ ਦਾ ਵੀ ਕਹਿਣਾ ਕਿ ਇਸ ਤਰ੍ਹਾਂ ਦੇ ਨਾਲ ਅਪਰਾਧ ਨੂੰ ਉਹ ਰੋਕ ਸਕਦੇ ਨੇ ਤੇ ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਉੱਪਰ ਵੀ ਰੋਕ ਲਗਾਈ ਜਾ ਸਕती है। अक्सर आए दिन ऑटो में घटनाएं होती रहती हैं और ये शिकायतें मिलती रहती हैं छेड़खानी की या रेप जैसी। इससे पहले आपने सुना होगा कि चंडीगढ़ के सेक्टर 53 में और 29 में एक रेप जैसी घटनाएं हुई थी और भी छेड़खानी की घटनाएं हुई हैं। और कल हाल ही में सडनली में जैसे हमारे को मीडिया के माध्यम से पता चला है कि एक सेक्टर 17 में जो दिल्ली से महिला आई थी उसके साथ रेप हुआ है और वो जल्दी ही पुलिस के द्वारा अरेस्ट कर लिया गया। ये बहुत अच्छी बात है। मैं धन्यवाद करना चाहूंगा उन पुलिस अधिकारियों का जिन्होंने क्राइम करने वाले व्यक्ति को जल्द ही अरेस्ट कर लिया और बनती कार्रवाई उस पर करी गई। इस रोकथाम के लिए और जो ऑटो क्राइम कर रहे हैं या जो कई घटनाओं में आपने देखा होगा कि 2 नंबर के या फेक नंबर के जो ऑटो चलाते हैं जाली नंबर लगाकर, हमने पुलिस की मदद से उन पर भी FIR करवाई है, कार्रवाई करवाई है ताकि वो जाली नंबर जल्दी ही पकड़े जाएं। लेकिन साथ में इसके साथ ये भी देखने को मिला है कि कुछ ऑटो चालक ऐसे भी हैं जो ऑटो तो किसी और का चला रहे हैं, उसका जाली नंबर नहीं होता है, लेकिन उसके बारे में कोई जानकारी नहीं होती है। ना तो वो साइडों में जानकारी लिखवाते हैं और ना ही वो अपना मोबाइल नंबर लिखवाते हैं। अक्सर आप देखेंगे जो ओला उबर गाड़ी होती है कार, उसके साइड में नंबर होता है, लेकिन ऑटो के ज्यादातर नंबर ड्राइवर का नहीं होता है क्योंकि वो मालिक कोई और होता है और ड्राइवर कोई और होता है। कई बार तो ऑटो ऐसे भी मिलते हैं कि जिनको आगे बेच दिया जाता है और पीछे जिसका नाम से गाड़ी होती है, एड्रेस होता है, वो उसी के नाम से लिखा होता है और वो गाड़ी कई की जगह बिक चुकी होती है।
तो इसकी रोकथाम के लिए हमने एक छोटी सी मुहिम चलाई, जिसको बाकायदा अब तक 200 से ज्यादा ऑटो वालों ने इसको अपने ऑटो पे हमने लगाया है। इस पे आप देखेंगे कि ऑटो ड्राइवर का मोबाइल नंबर, उसका गाड़ी नंबर, चेसी और इंजन नंबर, सीरियल नंबर, साथ में उसको कौन सी तारीख को ये स्टिकर दिया गया है, और ये स्टिकर सिर्फ और सिर्फ 2 महीने तक वैलिड रखा गया है यूनियन के द्वारा। 2 महीने का मतलब ये है कि कई बार ऑटो वाले ऐसे होते हैं कि जो ऑटो चला रहे हैं, एक बार लिखवा लिया तो पता नहीं चलता कि वो प्रॉपर वही ड्राइवर बैठा है या उसने आगे बेच दिया है या वो नौकरी कर रहा है। इसलिए 2 महीने की ये वैलिडिटी बनाई गई है, और इसकी अप्रूवल लेने के लिए हमने महामहिम गवर्नर साहब को भी लेटर दिया, और गवर्नर साहब की तरफ से भी हमें जवाब आया, और एडमिटेशन को भी हमने भेजा, ट्रांसपोर्ट डिपार्टमेंट को भेजा, सेक्टर ट्रांसपोर्ट जो बैठते हैं। इसके साथ साथ हमने 29 जो ट्रैफिक लाइन है वहां भी भेजा, और वहां पे हमने खुद अपने हाथ से जवाब दिया कि ये लेटर होना चाहिए, ताकि भविष्य में यदि कोई ऑटो चालक कोई फेक नंबर, पहली बात तो फेक नंबर हम उसको देते नहीं है, और उसकी बाकायदा जो भी डिटेल है ऑटो वाले की, उसकी सारी जानकारी यूनियन के पास होती है, और जिसके ऊपर ये स्टिकर होगा वो यूनियन से भी जुड़ा होगा, और वो एक जेन्युइन ऑटो ड्राइवर होगा जिसको हम ये स्टिकर दे रहे हैं, ताकि अन्य प्रकार की जो घटनाएं हैं चंडीगढ़ में हो रही हैं उन पर लगाम लग सके। मैं चंडीगढ़ के तमाम उन सभी ऑटो चालकों से प्रार्थना करता हूं कि जल्द से जल्द ये स्टिकर लगवाए। और ਉੱਥੇ ਹੀ ਦੂਜੇ ਪਾਸੇ ਜਦੋਂ ਅਸੀਂ ਕਿਸੇ ਕੈਬ ਜਾਂ ਬੱਸ ਵਿੱਚ ਸਫ਼ਰ ਕਰਦੇ ਹਾਂ ਤਾਂ ਉਸ ਦਾ ਨੰਬਰ ਅਤੇ ਉਸ ਦਾ ਪੂਰਾ ਵੇਰਵਾ ਲੈਂਦੇ ਹਾਂ, ਪਰ ਆਟੋ ਵਿੱਚ ਸਫ਼ਰ ਕਰਨ ਦੇ ਵੇਲੇ ਅਜਿਹਾ ਕੁਝ ਨਹੀਂ ਦੇਖਦੇ। ਉੱਥੇ ਹੀ ਟਰਾਈ ਸਿਟੀ ਵਿੱਚ ਚੋਰੀ ਅਤੇ ਫਰਜ਼ੀ ਨੰਬਰ ਅਤੇ ਦਸਤਾਵੇਜ਼ਾਂ ਦੇ ਆਟੋ ਵੀ ਚੱਲ ਰਹੇ ਨੇ। ਅਜਿਹੇ ਵਿੱਚ ਲੋੜ ਹੈ ਪੁਲਿਸ ਨੂੰ ਉਹਨਾਂ ਆਟੋ ਚਾਲਕਾਂ ਅਤੇ ਆਟੋਆਂ ਤੇ ਨਕੇਲ ਕੱਸਣ ਦੀ, ਜਿਸ ਦੇ ਨਾਲ ਚੰਡੀਗੜ੍ਹ ਜਾਂ ਉਸ ਦੇ ਨੇੜੇ ਤੇੜੇ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਹੋ ਸਕਣ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਉਧਰ ਬਿਜਲੀ ਵਿਭਾਗ ਦੇ ਨਿੱਜੀਕਰਨ ਦੇ ਵਿਰੋਧ ਦੇ ਵਿੱਚ ਕਰਮਚਾਰੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਹਨਾਂ ਵੱਲੋਂ ਆਰੋਪ ਸਰਕਾਰ ਤੇ ਲਗਾਇਆ ਗਿਆ ਕਿ ਵਾਰ-ਵਾਰ ਪ੍ਰਦਰਸ਼ਨ ਕਰਨ ਦੇ ਬਾਵਜੂਦ, ਆਪਣੀਆਂ ਮੰਗਾਂ ਰੱਖਣ ਦੇ ਬਾਵਜੂਦ ਸਰਕਾਰ ਵੱਲੋਂ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। आज का बिजली कर्मचारियों का जो प्रदर्शन किया जा रहा है, बड़े लंबे टाइम से सरकार ने निजीकरण की जो प्रक्रिया शुरू की थी, जो टोटली गैर कानूनी बिडिंग सिस्टम के साथ शुरू की गई थी, और हाई कोर्ट में भी उसमें के ऊपर रोक लगाई थी इस बात के लेके कि सरकार ने टोटल जो है रूल रेगुलेशन एक्ट की जो है धज्जियाँ उड़ाई हैं। सरकार सुप्रीम कोर्ट में भी गई, लेकिन सुप्रीम कोर्ट ने भी सारा फैसला जो है हाई कोर्ट के ऊपर छोड़ दिया, और हाई कोर्ट ने उसके बाद सरकार को ये हिदायत दी एडमिनिस्ट्रेशन को कि जब तक कोई फाइनल डिसीजन हाई कोर्ट का नहीं होता है, सरकार उसके ऊपर आगे ना बढ़े, कोई फाइनल काम इसके ऊपर ना करे। लेकिन उस फैसले को दरकिनार करके केंद्र सरकार ने चंडीगढ़ एडमिनिस्ट्रेशन की सलाह के ऊपर जो इन्होंने मिसगाइड किया, केंद्र सरकार को जो कैबिनेट में नोट भेजा गया, उस नोट को देख के केंद्र सरकार ने उसको अप्रूव कर दिया। उसके खिलाफ आज बिजली के कर्मचारी ये बड़ा प्रोटेस्ट कर रहे हैं, रैली कर रहे हैं। इससे पहले भी कल सारे दफ्तरों में रोष प्रदर्शन किए गए, क्योंकि सरकार जो है टोटली तौर पर मनमर्जियाँ कर रही है, और मनमर्जियाँ करके हुए जो कर्मचारी हैं, जिन्होंने अपनी जो सर्विस कंडीशन को लेके, रूलों को लेके, अपने बेनिफिट को लेके जो सरकार के पास बार बार दलीलें भी की हैं, अपील भी की है, मेमोरेंडम भी दिए हैं, सरकार ने उनको बिल्कुल ही जो है दरकिनार करके रखा हुआ है, और सरकार कोई बात करने को भी तैयार नहीं है। और वो अखबारों में जो बयानबाजी आ रही है, उसमें सरकार टोटली जो है जो कर्मचारी हैं उनके हितों की भी जो है वो अनदेखी कर रही है, और उन सारी बातों को जो जत्थेबंदी जो मेमोरेंडम दिए हैं, जो ज्ञापन दिए गए हैं, उनको दरकिनार करके जो है आगे बढ़ने की कोशिश कर रही है, और महीने की बात कर रही है कि 1 महीने के अंदर हम सारी जो है प्रक्रिया पूरी करके डिपार्टमेंट को हम प्राइवेट के अंदर कर देंगे। एम्प्लॉय की जो है बिल्कुल उसमें सुनी नहीं जा रही है, इस करके हमने आज उस विरोध करने का फैसला किया है। आज के विरोध के बाद हम सरकार को हड़ताल का नोटिस देंगे, और 1 फरवरी को मुकम्मल हड़ताल करेंगे। अगर सरकार ने उससे पहले भी, क्योंकि सरकार जो है वो बड़ी मनमर्जियाँ कर रही है, अगर ये मनमर्जी करके कोई जल्दीबाजी करने की कोशिश की, तो हम उसी दिन जिस दिन सरकार ने काम किया, वही फैसला किया, उस दिन से ही हम अनिश्चितकालीन की हड़ताल के लिए चले जाएंगे, जिसकी जिम्मेवारी चंडीगढ़ प्रशासन की होएगी। क्योंकि प्रशासन जो है वो बिना कोई प्रॉपर फैसला किए, बिना कर्मचारियों के हितों को ध्यान में रखते हुए जो फैसला कर रही है,
हम इसका विरोध जो है डट के करेंगे और अंतिम सांस तक करेंगे। रुख मौसम का कर लेने तो ਤੁਹਾਨੂੰ ਦੱਸ ਦਿੰਦੇ ਕਿ ਨਵੇਂ ਸਾਲ ਦੇ ਆਉਂਦਿਆਂ ਹੀ ਚੰਡੀਗੜ੍ਹ ਸਮੇਤ ਹੋਰਨਾਂ ਕਈ ਸਾਰੇ ਸ਼ਹਿਰਾਂ ਦੇ ਵਿੱਚ ਬੱਦਲ ਛਾਏ ਰਹੇ, ਜੰਮ ਕੇ ਮੀਂਹ ਵੀ ਵਰਿਆ ਤੇ ਅੱਜ ਸਵੇਰ ਦੀ ਜੇ ਗੱਲ ਕਰੀਏ ਤਾਂ ਸਵੇਰੇ ਧੁੰਦ ਦੀ ਸੰਘਣੀ ਚਾਦਰ ਛਾਈ ਰਹੀ ਸੀ, ਪਰ ਬਾਅਦ ਦੇ ਵਿੱਚ ਜੋ ਮੌਸਮ ਹੈ ਉਹ ਸਾਫ਼ ਹੋ ਗਿਆ ਸੀ, ਧੁੱਪ ਵੀ ਨਿਕਲ ਆਈ ਸੀ। ਪੰਜਾਬ ਦੇ ਕਲਾਕਾਰਾਂ ਦਾ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਚੰਗਾ ਪ੍ਰਭਾਵ ਰਿਹਾ ਹੈ ਅਤੇ ਪੰਜਾਬ ਦੇ ਕਈ ਕਲਾਕਾਰਾਂ ਨੇ ਦੇਸ਼ ਅਤੇ ਵਿਦੇਸ਼ ਵਿੱਚ ਆਪਣੀ ਅਦਾਕਾਰੀ ਦੇ ਦਮ ਤੇ ਪੰਜਾਬ ਅਤੇ ਪੰਜਾਬੀਅਤ ਦਾ ਨਾਂ ਰੋਸ਼ਨ ਕੀਤਾ ਹੈ। ਪਰ ਪੰਜਾਬ ਵਿੱਚ ਕੋਈ ਫਿਲਮ ਸਿਟੀ ਨਾ ਹੋਣ ਦੀ ਘਾਟ ਰੜਕ ਰਹੀ ਸੀ। ਕਲਾ ਦੇ ਖੇਤਰ ਦੀ ਇਸ ਸਮੱਸਿਆ ਨੂੰ ਸਮਝਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਰੀਬ 400 ਏਕੜ ਵਿੱਚ ਫਿਲਮ ਸਿਟੀ ਬਣਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਵੱਲੋਂ 2-400 ਏਕੜ ਦੀ ਇੱਕ ਫਿਲਮ ਸਿਟੀ ਲਿਆਉਣਾ ਚਾਹੁੰਦੇ, ਜਿਹਦਾ ਮੈਂ ਪਿਛਲੇ ਦਿਨਾਂ 'ਚ ਐਲਾਨ ਵੀ ਕੀਤਾ ਹੈ। ਮੇਰੇ ਪਾਸ ਐਕਟਰ ਸਾਹਿਬਾਨ ਔਰ ਗਾਣ ਵਾਲੇ ਵੀਰ ਆਏ ਸੀ ਇਕੱਠੇ ਹੋ ਕੇ, ਇਹਨਾਂ ਨੇ ਮੈਨੂੰ ਸੁਝਾਅ ਦਿੱਤਾ ਹੈ ਤੇ ਜਿਸ ਤਰ੍ਹਾਂ ਯੂਪੀ ਨੇ ਉੱਥੇ ਜੇ ਕੋਈ ਫਿਲਮ ਬਣਦੀ ਹੈ ਉਹ ਕਹਿੰਦੇ ਜੀ ਸਾਡੇ 15 ਏਕੜ ਵਿੱਚ ਕੰਮ ਕਰਨੇ ਚਾਹੀਦੇ, ਅਸੀਂ ਤੁਹਾਨੂੰ ਇੰਨੀ ਸਬਸਿਡੀ ਦੇਵਾਂਗੇ। ਇਸ ਤਰ੍ਹਾਂ ਦਾ ਅਸੀਂ ਕੋਈ ਮਾਡਲ ਲੈ ਕੇ ਆ ਰਹੇ ਹਾਂ, ਜਿਹਦੇ ਨਾਲ ਪੰਜਾਬੀ ਫਿਲਮਾਂ ਤੇ ਬਾਹਰ ਦੇ ਲੋਕ ਆ ਕੇ ਹਿੰਦੀ ਜਾਂ ਹੋਰ ਫਿਲਮਾਂ ਇੱਥੇ ਬਣਾਉਣ ਤਾਂ ਕਿ ਉਹਨਾਂ ਨੂੰ ਅਸੀਂ ਉਤਸ਼ਾਹਿਤ ਕਰੀਏ। ਜੋ ਫਿਲਮ ਸਿਟੀ ਬਣ ਰਹੀ ਹੈ ਉਹਦੇ ਨਾਲ ਕਾਫੀ ਐਡਵਾਂਟੇजेस ਆਉਣਗੀਆਂ। ਲਾਈਕ ਇੱਥੋਂ ਦਾ ਯੂਥ ਹੈ ਜੋ ਕਿ ਪਹਿਲਾਂ ਬੰਬੇ ਜਾਂਦਾ ਸੀਗਾ, ਉਹਨਾਂ ਨੂੰ ਬਹੁਤ ਸਾਰੇ ਐਡਵਾਂਟੇजेस ਮਿਲਣਗੇ, ਜਿਵੇਂ ਕਿ ਉਹਨਾਂ ਨੂੰ ਜੌਬ ਅਪੋਰਚੁਨਿਟੀਜ਼ ਇੱਥੇ ਪ੍ਰੋਵਾਈਡ ਹੋਣਗੀਆਂ ਤੇ ਹੋਰ ਵੀ ਬਹੁਤ ਸਾਰੇ ਬਿਜ਼ਨਸ ਹੈ ਜਿਹੜੇ ਕਿ ਗਰੋ ਕਰਨਗੇ। ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ। ਜੋ ਸਾਡੀ ਪੰਜਾਬੀ ਇੰਡਸਟਰੀ ਅੱਜ ਬੰਬੇ ਜਾਂਦੀ ਹੈ, ਸਟਰਗਲ ਕਰਦੀ ਹੈ, ਉਹਨੂੰ ਇੱਥੇ ਹੀ ਮੌਕਾ ਮਿਲੇਗਾ, ਉਹ ਇੱਥੋਂ ਹੀ ਜੋ ਹੈ ਆਪਣਾ ਕਰੀਅਰ ਜੋ ਹੈ ਉਹ ਬਣਾ ਪਾਏਗੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਫਿਲਮ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਸੰਬੰਧੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਪੰਜਾਬ ਸਰਕਾਰ ਵੱਲੋਂ ਕਲਾਕਾਰਾਂ ਅਤੇ ਫਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ। ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਨੇ ਜਿੱਥੇ ਲੋਕਾਂ ਦਾ ਕਾਫੀ ਨੁਕਸਾਨ ਕਰ ਦਿੱਤਾ, ਉੱਥੇ ਇਸ ਮੀਂਹ ਕਾਰਨ ਠੰਡ ਵੀ ਵੱਧ ਗਈ ਹੈ। ਗੱਲ ਕਰੀਏ ਸਿਟੀ ਬਿਊਟੀਫੁਲ ਚੰਡੀਗੜ੍ਹ ਦੀ ਤਾਂ ਇੱਥੇ ਵੀ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਜੰਮ ਕੇ ਬੱਦਲ ਵਰੇ। ਨਵੇਂ ਸਾਲ ਦੇ ਪਹਿਲੇ ਹਫ਼ਤੇ ਲਗਾਤਾਰ 5 ਦਿਨ ਮੀਂਹ ਪੈਂਦਾ ਰਿਹਾ। ਉੱਥੇ ਹੀ ਮੰਗਲਵਾਰ ਨੂੰ ਧੁੰਦ ਪੂਰੇ ਸ਼ਹਿਰ ਵਿੱਚ ਛਾਈ ਰਹੀ, ਜਿਸ ਦੇ ਕਾਰਨ ਵਿਜ਼ਿਬਿਲਿਟੀ ਬਹੁਤ ਘੱਟ ਹੋ ਗਈ। ਅਜਿਹੇ ਵਿੱਚ ਸਭ ਤੋਂ ਜ਼ਿਆਦਾ ਪਰੇਸ਼ਾਨੀ ਵਾਹਨ ਚਾਲਕਾਂ ਨੂੰ ਹੋ ਰਹੀ ਹੈ। ਸਵੇਰ ਤੋਂ ਲੈ ਕੇ 12 ਵਜੇ ਤੱਕ ਧੁੰਦ ਛਾਈ ਰਹੀ ਸੀ, ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਸੀ। ਇਸੇ ਦੇ ਚੱਲਦਿਆਂ ਬੱਸ ਚਾਲਕਾਂ ਦਾ ਕਹਿਣਾ ਸੀ ਕਿ ਇੰਨੀ ਸੰਘਣੀ ਧੁੰਦ ਦੇ ਕਾਰਨ ਬੱਸ ਚਲਾਉਣ ਵਿੱਚ ਪਰੇਸ਼ਾਨੀ ਆ ਰਹੀ ਹੈ ਤੇ ਉਹ ਆਪਣੇ ਸਮੇਂ ਤੋਂ ਕਾਫੀ ਲੇਟ ਵੀ ਪਹੁੰਚ ਰਹੇ ਨੇ। ਇਸ ਦੌਰਾਨ ਆਮ ਜਨਤਾ ਦਾ ਕਹਿਣਾ ਸੀ ਕਿ ਉਹ ਸਮੇਂ ਤੇ ਆਪਣੇ ਦਫ਼ਤਰਾਂ ਕੰਮਾਂ ਤੇ ਨਹੀਂ ਪਹੁੰਚ ਪਾ ਰਹੇ। ਇੱਕ ਤਾਂ ਮੀਂਹ ਤੋਂ ਬਾਅਦ ਠੰਡ ਜ਼ਿਆਦਾ ਹੋ ਗਈ, ਉੱਪਰੋਂ ਧੁੰਦ ਦੇ ਕਾਰਨ ਮੋਟਰਸਾਈਕਲ ਤੇ ਜਾਣਾ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਬਹੁਤ ਪਰੇਸ਼ਾਨੀ ਆਉਂਦੀ ਜੀ ਧੁੰਦ ਕਾਰਨ, ਗੱਡੀਆਂ ਲੇਟ ਵੀ ਹੁੰਦੀਆਂ ਜੀ, ਬਹੁਤ ਜ਼ਿਆਦਾ ਦਿੱਕਤ ਆਉਂਦੀ ਜੀ ਧੁੰਦ ਕਾਰਨ। ਐਕਸੀਡੈਂਟ ਦਾ ਵੀ ਬਹੁਤ ਜ਼ਿਆਦਾ ਐਕਸੀਡੈਂਟ ਦਾ ਖਤਰਾ ਜੀ, ਬਹੁਤ ਜ਼ਿਆਦਾ, ਜਿੰਨਾ ਕਹਿ ਦੋ ਉਨਾ ਜੀ। ਗੱਡੀਆਂ ਵੀ ਲੇਟ ਹੁੰਦੀਆਂ, ਬਹੁਤ ਲੇਟ, ਅੱਧਾ ਘੰਟਾ ਲੇਟ ਆਉਂਦੀਆਂ ਜੀ ਗੱਡੀਆਂ, बहुत धुंध कारण जी। धुंध के कारण बहुत परेशानी होती है, गाड़ी चलाई नहीं जाती, डर लगता है कहीं कोई खड़ा नहीं हो रोड के ऊपर, बहुत दिक्कत होती है धुंध में। तो किस तरह से फिर गाड़ी भी लेट पहुंचती होगी? हाँ सर, लेट पहुंचती है गाड़ी, गाड़ी लेट पहुंचती है सर। और किस तरह की दिक्कत आती है धुंध में? जैसे बगैर लाइट के कोई व्हीकल खड़ा है रोड के ऊपर, वो दिखाई नहीं देता आगे, तो उसमें एक्सीडेंट होने का बहुत डर रहता है। हमारे को डर लगता रहता है कहीं एक्सीडेंट ना हो जाए, गाड़ी कहीं ठुक ना जाए, कहीं नीचे नहीं उतर जाए, धुंध में कुछ भी दिखाई नहीं देता है, बहुत परेशानी होती है साहब। ਦਿੱਕਤ ਮੌਸਮ 'ਚ ਹੁੰਦੀ ਹੈ ਜੀ, ਜੇ ਮੌਸਮ ਖਰਾਬ ਹੋ ਜਾਂਦਾ ਹੈ ਤਾਂ ਉੱਪਰ ਵਾਲੇ ਦਾ ਨਾਮ ਲੈ ਕੇ, ਪਰਮਾਤਮਾ ਨਾਮ ਲੈ ਕੇ ਚੱਲਣਾ ਪੈਂਦਾ ਹੈ, ਠੀਕ ਹੈ। ਔਰ ਆਰਾਮ ਨਾਲ ਸਪੀਡ ਵੀ ਕਮ ਹੋ ਜਾਂਦੀ ਹੈ, ਸਵਾਰੀਆਂ ਦਾ ਖਿਆਲ ਵੀ ਰੱਖਣਾ ਪੈਂਦਾ ਹੈ, ਸਾਰਾ ਹੀ ਅੱਗੇ ਪਿੱਛੇ ਦੇਖ ਕੇ ਚੱਲਣਾ ਜ਼ਰੂਰ ਪੈਂਦਾ ਹੈ। ਐਕਸੀਡੈਂਟ ਦਾ ਵੀ ਖਤਰਾ ਹੁੰਦਾ? ਹਾਂ, ਐਕਸੀਡੈਂਟਾਂ ਦਾ ਵੀ ਖਤਰਾ ਹੁੰਦਾ ਹੈ ਜੀ, ਕਿਸੇ ਦੀ ਗੱਡੀ ਦੀ ਲਾਈਟ ਵੀ ਖਰਾਬ ਹੁੰਦੀ ਹੈ, ਕਿਸੇ ਦੀ ਕੁਝ ਹੁੰਦਾ ਹੈ, ਕੋਈ ਆਰਾਮ ਨਾਲ ਚਾਰੋਂ ਤਰਫੇ ਦੇਖ ਕੇ ਚੱਲਣਾ ਪੈਂਦਾ। 8 ਸ਼ੀਸ਼ੇ ਹੁੰਦੇ ਆ ਗੱਡੀ ਦੇ 8 ਸ਼ੀਸ਼ਿਆਂ ਤੇ ਦੇਖ ਕੇ ਚੱਲਣਾ ਪੈਂਦਾ ਹੈ ਧੁੰਦ ਦੇ ਕਾਰਨ। ਧੁੰਦ ਦੇ ਕਾਰਨ ਜੀ, ਧੁੰਦ ਕਾਰਨ ਬਹੁਤ ਪਰੇਸ਼ਾਨੀ ਹੁੰਦੀ ਜੀ, ਪਰ ਭਗਵਾਨ ਦਾ ਸ਼ੁਕਰ ਹੈ, ਦੇਖੋ ਆਰਾਮ ਨਾਲ ਚਲੇ ਜਾਂਦੇ, ਸਵਾਰੀ ਨੂੰ ਆਪਣੇ ਘਰ ਨੂੰ ਪਹੁੰਚਾਏ ਜਾਂਦੇ, ਜਿਹਨੂੰ ਕੰਮ ਹੁੰਦਾ ਆਪਣੇ ਘਰ ਚਲੇ ਜਾਂਦੀ। ਗੱਡੀਆਂ ਲੇਟ ਵੀ ਹੁੰਦੀਆਂ? ਹਾਂਜੀ, ਲੇਟ ਹੁੰਦੀ ਜੀ, ਧੁੰਦ ਕਾਰਨ ਹੁੰਦੀ ਜੀ, ਫਿਰ ਵੀ ਆਰਾਮ ਨਾਲ ਚਲਾਉਂਦੇ, ਭਗਵਾਨ ਦਾ ਸ਼ੁਕਰ ਹੈ ਜੀ। ਹਾਂਜੀ,
हाँ जी एक्सीडेंट का खतरा होता है जी बहुत, क्या करिए फिर भी। मतलब काफ़ी परेशानी का हाँ जी धुंध में होंगे जी। ਦੱਸ ਦਿੰਦੇ ਆ ਕਿ ਇੱਕਦਮ ਇੰਨੀ ਠੰਡ ਨੇ ਜਿੱਥੇ ਲੋਕਾਂ ਦੀ ਨਾ ਕਰਵਾ ਦਿੱਤੀ ਹੈ, ਉੱਥੇ ਹੀ ਲੋਕ ਇਸ ਸਮੇਂ ਅੱਗ ਜਾਂ ਚਾਹ ਦਾ ਸਹਾਰਾ ਲੈ ਕੇ ਆਨੰਦ ਵੀ ਲੈ ਰਹੇ ਨੇ। ਜਗਬਾਣੀ ਟੀਵੀ ਚੰਡੀਗੜ੍ਹ ਦੇ ਲਈ ਰਿਪੀਟ, ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ। ਤਾਪਮਾਨ ਵੀ ਦੱਸ ਦਿੰਦੇ ਤੁਹਾਨੂੰ ਕਿ ਅੱਜ ਦਾ ਤਾਪਮਾਨ ਕਿੰਨਾ ਰਿਹਾ। ਤਾਂ ਅੱਜ ਵੱਧ ਤੋਂ ਵੱਧ ਤਾਪਮਾਨ 16.8 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਪਾਸੇ ਨਹੀਂ, ਫਿਰ ਹੋਵੇਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।